ਸਲਾਮ ਅਲੈਕੁਮ ਵੀਰੋ। ਅੱਜ ਕੱਲ੍ਹ ਮੇਰੇ ਕੋਲ ਇੰਨੀਆਂ ਦਲੀਲਾਂ ਅਤੇ ਇੰਨੀਆਂ ਗੱਲਾਂ ਅਤੇ ਇੰਨੇ ਸ਼ਿਕਵੇ ਅਤੇ ਇੰਨੀਆਂ ਸ਼ਿਕਾਇਤਾਂ ਨੇ ਕਿ ਸਾਰੀਆਂ ਇੱਕ ਵੇਲੇ 'ਚ ਚੇਤੇ ਵੀ ਨਹੀਂ ਰਹਿੰਦੀਆਂ ਕਿ ਕਿਹੜੀ ਕਰਨੀ ਸੀ ਅਤੇ ਕਿਹੜੀ ਰਹਿ ਗਈ। ਕਈ ਗੱਲਾਂ ਲਿਖਣ ਵਿੱਚ ਆ ਜਾਂਦੀਆਂ ਨੇ, ਮੌਕੇ ਸਿਰ ਚੇਤੇ ਨਹੀਂ ਆਉਂਦੀਆਂ। ਅੱਜ ਅਸੀਂ ਮੁਨਾਫਕਤ ਦੀ ਹਰ ਹੱਦ ਪਾਰ ਕਰ ਚੁੱਕੇ ਹੋਏ ਹਾਂ। ਸਾਰੇ ਦੇ ਸਾਰੇ ਮਨੈਸਲ ਕੌਮ ਅਸੀਂ ਮੁਨਾਫਕਤ ਦੀ ਹਰ ਕੰਧ ਟੱਪ ਗਏ ਹਾਂ। ਇਹ ਜਿਹੜਾ ਤਾਜ਼ਾ ਇਸ਼ੂ ਹੈ ਜੋ ਕਤਲੋ ਗਾਰਤ ਕੀਤੀ ਜਾ ਰਹੀ ਹੈ ਹਕੂਮਤ ਵੱਲੋਂ, ਉਹਦੇ ਜਵਾਬ ਵਿੱਚ ਕਿਸੇ ਕੋਲ ਸਿਵਾਏ ਇਹਦੇ ਕੋਈ ਦਲੀਲ ਨਹੀਂ ਕਿ ਜੀ ਇਹ ਉਹਨਾਂ 2 ਪੁਲਿਸ ਵਾਲੇ ਮਾਰੇ। ਕੋਈ ਇਹ ਗੱਲ ਨਹੀਂ ਸੋਚਦਾ ਪਿਆ ਕਿ ਉਹ ਜਿਹੜੇ 2 ਪੁਲਿਸ ਵਾਲੇ ਮਰੇ ਸਨ ਉਹ ਪਹਿਲੋਂ ਮਰੇ ਸਨ ਜਾਂ ਜਿਹੜੇ 20 ਕਿ 22 ਕਾਰਕੁਨ ਉਹਨਾਂ ਦੇ ਮਰੇ ਨੇ ਉਹ ਪਹਿਲੋਂ ਮਰੇ ਸਨ ਅਤੇ ਇਹ ਬਾਅਦ 'ਚ ਉਹਨਾਂ ਦੇ ਮੁਸ਼ਤਲ ਹਜੂਮ ਦੇ ਹੱਥੀਂ ਚੜ੍ਹੇ। ਅੱਛਾ ਚਲੋ, ਜੇ ਇੰਜ ਵੀ ਹੋਏ ਅਤੇ ਤੁਸੀਂ ਬਹਰਹਾਲ ਇਹਨੂੰ ਫੇਵਰ ਨਹੀਂ ਕਰ ਸਕਦੇ, ਲੇਕਿਨ ਇਹ ਤਾਂ ਇਨਕਾਰ ਨਹੀਂ ਕਰ ਸਕਦੇ ਨਾ ਕਿ ਜੇ ਕੋਈ ਤੁਹਾਡਾ ਆਪਣਾ ਖੁਦਾ ਨਾ ਖਾਸਤਾ ਸਾਡੇ ਵਿੱਚੋਂ ਕਿਸੇ ਦਾ ਕੋਈ ਅਜ਼ੀਜ਼, ਕੋਈ ਰਿਸ਼ਤੇਦਾਰ, ਕੋਈ ਭੈਣ ਭਾਈ ਕੋਈ ਇੰਜ ਮੁਜ਼ਾਹਰੇ 'ਚ ਗਿਆ ਹੋਵੇ ਔਰ ਉਹਨੂੰ ਜਾਣ ਬੁੱਝ ਕੇ ਮਾਰ ਦਿੱਤੀ ਗਈ ਹੋਵੇ ਗੋਲੀ, ਅਤੇ ਅਸੀਂ ਕਿੰਨਾ ਕੁ ਸਬਰ ਕਰ ਲਾਂਗੇ। ਮੈਂ ਹਮੇਸ਼ਾ ਹੀ ਉਹ ਗੱਲ ਕਹਿੰਦਾ ਹੁੰਦਾ ਕਿ ਅਗਲੇ ਦੀ ਜੁੱਤੀ 'ਚ ਵੀ ਪੈਰ ਪਾ ਕੇ ਵੇਖਣਾ ਚਾਹੀਦਾ ਹੈ ਅਤੇ 2 ਤਰਫਾ ਹਕੀਕਤ ਵੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਕੋਈ ਉਹਨਾਂ ਦੀ ਲਬੈਕ ਵਾਲਿਆਂ ਦੀ ਹਮਾਇਤ ਨਹੀਂ ਕਰ ਰਿਹਾ ਜਾਂ ਇਹਨਾਂ ਦੀ ਨਿਰੀ ਮੁਖਾਲਫਤ ਨਹੀਂ ਕਰ ਰਿਹਾ, ਲੇਕਿਨ ਇਹਨੂੰ ਬਦਕਿਸਮਤੀ ਕਹਿ ਲਓ ਕਿ ਹਕੀਕਤ ਇਹ ਹੋਏ ਕਿ ਇਸ ਵਕਤ ਉਹ ਠੀਕ ਨੇ ਅਤੇ ਇਹ ਗਲਤ ਨੇ। ਉਹਨਾਂ ਦਾ ਮੁੱਦਾ ਠੀਕ ਹੈ, ਉਹ ਜਿਹੜਾ ਮੁੱਦਾ ਇਸ ਵਕਤ ਲੈ ਕੇ ਆਏ ਨੇ ਉਹ ਉਹਨਾਂ ਦੇ ਪਿਛਲੇ ਮੁੱਦੇ ਤੋਂ ਬਹੁਤ ਹੀ ਜ਼ਿਆਦਾ ਮੁਖਤਲਿਫ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਕਿਸੇ ਬੰਦੇ ਦੀ ਜਾਨ ਲੈਣਾ, ਸਰ ਤਨ ਸੇ ਜੁਦਾ ਦਾ ਨਾਅਰਾ ਅਤੇ ਸਫੀਰ ਨੂੰ ਮੁਲਕ ਬਦਰ ਕਰਨ ਦਾ ਨਾਅਰਾ, ਇਹ ਦੋਵਾਂ ਦੇ ਵਿੱਚ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਕਮ ਅਜ਼ ਕਮ ਨਾਅਰਾ ਹੈ ਔਰ ਇੱਥੋਂ ਬਲਕਿ ਸਾਰਿਆਂ ਦੀ ਸਾਡੀ ਮੁਨਾਫਕਤ ਇਹ ਵੀ ਜ਼ਾਹਿਰ ਹੁੰਦੀ ਪਈ ਹੈ ਸਣੇ ਇਹਨਾਂ ਦੇ ਵੀ ਕਿ ਜੇ ਮਾੜਾ ਹੋਵੇ ਤਾਂ ਉਹਦਾ ਤਾਂ ਸਰ ਤਨ ਸੇ ਜੁਦਾ, ਜੇ ਤਗੜਾ ਹੋਵੇ ਤਾਂ ਉਹ ਮੁਲਕ ਛੱਡ ਜਾਵੇ। ਇਹ ਕਮ ਅਜ਼ ਕਮ ਨਾਅਰਾ ਹੈ, ਇਹ ਕਮ ਅਜ਼ ਕਮ ਮੁਤਾਲਬਾ ਹੈ ਜਿਹੜਾ ਕਿ ਮੈਂ ਨਹੀਂ ਸਮਝਦਾ ਕਿ ਕਤਲ ਇਹ ਗੈਰ ਮੁਹੱਜ਼ਬ ਕੋਈ ਮੁਤਾਲਬਾ ਹੈ ਜਾਂ ਇਹ ਕੋਈ ਇੰਤਹਾ ਪਸੰਦ ਸ਼ਿੱਦਤ ਪਸੰਦ ਮੁਤਾਲਬਾ ਹੈ। ਹੁਣ ਜਿੰਨਾ ਪ੍ਰੋਪੇਗੰਡਾ ਹੋ ਰਿਹਾ ਉਹਦੀ ਸਾਰੀ ਦੀ ਸਾਰੀ ਬੁਨਿਆਦੀ ਵਜ੍ਹਾ ਇਹ ਵੇ ਕਿ ਜਾਂ ਤਾਂ ਕੋਈ ਨਜ਼ਰੀਆ ਮੁਖਾਲਫ ਹੋਣ ਦੀ ਵਜ੍ਹਾ ਤੋਂ ਇਹਨਾਂ ਦੀ ਮੁਖਾਲਫਤ ਕਰਦਾ ਪਿਆ ਜਾਂ ਇਹ ਕਿ ਫਿਰਕਾ ਮੁਖਾਲਫ ਹੋਣ ਦੀ ਵਜ੍ਹਾ ਤੋਂ ਇਹਨਾਂ ਦੀ ਮੁਖਾਲਫਤ ਕਰਦਾ ਪਿਆ। ਮੈਰਿਟ ਦੇ ਉੱਤੇ ਮੈਨੂੰ ਇੱਕ ਬੰਦੇ ਦੀ ਵੀ ਮੁਖਾਲਫਤ ਨਹੀਂ ਨਜ਼ਰ ਆ ਰਹੀ, ਨਿਰਾ ਬੁਗਜ਼ ਨਜ਼ਰ ਆ ਰਿਹਾ ਕਿ ਬੁਗਜ਼ ਦੀ ਬੁਨਿਆਦ 'ਤੇ ਉਹਨਾਂ ਦੀ ਇੱਕ ਫਿਰਕੇ ਦੀ ਮੁਖਾਲਫਤ ਦੇ ਵਿੱਚ ਮੁਖਾਲਫਤ ਕੀਤੀ ਜਾ ਰਹੀ ਹੈ। ਮੈਰਿਟ ਕੀ ਉਹਨਾਂ ਦਾ ਮੁਤਾਲਬਾ ਠੀਕ ਹੈ, ਉਹਨਾਂ ਦਾ ਮੁਤਾਲਬਾ ਕੀ ਉਹ ਤਾਂ ਮੇਰਾ ਵੀ ਮੁਤਾਲਬਾ ਹੈ। ਔਰ ਮੈਂ ਤਾਂ ਇੱਥੋਂ ਤੱਕ ਆਖਾਂਗਾ ਕਿ ਜੇ ਕਿਸੇ ਨੂੰ ਪੀੜ ਨਾ ਵੀ ਹੋਵੇ ਅਤੇ ਮੈਂ ਤਾਂ ਆਪਣੇ ਕਿਸੇ ਮੁਸਲਮਾਨ ਨੂੰ ਪੀੜ ਨਾ ਹੋਵੇ ਤਾਂ ਮੈਂ ਤਾਂ ਆਪਣੇ ਨਾਨੇ ਦੀ ਤੋਹੀਨ 'ਤੇ ਮੇਰਾ ਦਿਲ ਤਾਂ ਦੁਖੇਗਾ। ਅਤੇ ਇਹ ਤਾਂ ਗੱਲ ਹੀ ਕੋਈ ਕਰਨ ਵਾਲੀ ਨਹੀਂ। ਦੇਖੋ, ਇਨਸਾਫ ਦੀ ਗੱਲ ਕਰਨੀ ਚਾਹੀਦੀ ਹੈ। ਸਹਾਬਾ ਦਾ ਤਾਰਫ ਨਬੀ ਆਖਰ ਜ਼ਮਾਂ, ਅਹਿਲੇ ਬੈਤ ਦਾ ਤਾਰਫ ਨਬੀ ਆਖਰ ਜ਼ਮਾਂ, ਕੁਰਾਨ ਪਾਕ ਨਾਲ ਵਾਕਫੀਅਤ ਨਬੀ ਦੀ ਵਜ੍ਹਾ ਤੋਂ, ਹਦੀਸ ਨਾਲ ਵਾਕਫੀਅਤ ਨਬੀ ਦੀ ਵਜ੍ਹਾ ਤੋਂ। ਉਹ ਤੁਸੀਂ ਨਬੀ ਨੂੰ ਕਿਸ ਤਰ੍ਹਾਂ ਸੈਕੰਡਰੀ ਔਰ ਤੀਜੇ ਚੌਥੇ ਦਰਜੇ 'ਤੇ ਤੁਸੀਂ ਲੈ ਕੇ ਜਾ ਰਹੇ ਜੀ ਕਿ ਤੁਹਾਡੇ ਲਈ ਉਹ ਅਹਿਮੀਅਤ ਨਹੀਂ ਹੈ ਕਿ ਤੁਸੀਂ ਇੱਕ ਸਫੀਰ ਹੀ ਕੱਢ ਦਿਓ। ਮਤਲਬ ਮਜ਼ਹਬ ਤੁਸੀਂ ਰੱਖਿਆ ਹੈ, ਬਿਲਕੁਲ ਮਜ਼ਹਬ, ਆਈਨ, ਕਾਨੂੰਨ, ਦਸਤੂਰ ਤੁਸੀਂ ਰੱਖ ਛੱਡਿਆ ਹੈ ਮਾੜੇ ਵਾਸਤੇ। ਜੇ ਕੋਈ ਮਾੜਾ ਮਸੀਹੀ ਹੱਥ ਆ ਗਿਆ, ਹਿੰਦੂ ਹੱਥ ਆ ਗਿਆ, ਕੋਈ ਹੋਰ ਅਕਲੀਅਤ ਹੱਥ ਆ ਗਈ ਅਤੇ ਉਹਦੇ ਵਾਸਤੇ ਤਾਂ ਤੋਹੀਨ ਦਾ ਕਾਨੂੰਨ ਪੂਰਾ ਉਹਦੀ ਧੌਣ ਵੀ ਲਾ ਦਿਓ। ਇੱਥੇ ਇਹ ਵੇ ਕਿ ਸੁਪਰ ਪਾਵਰ ਦੇ ਮੁਕਾਬਲੇ 'ਚ ਅਤੇ ਸਫੀਰ ਵੀ ਨਹੀਂ ਕੱਢਿਆ ਜਾ ਸਕਦਾ ਅਤੇ ਜਿਵੇਂ ਮਰਜ਼ੀ ਉਹ ਕੀਤੀ ਜਾਣ ਉੱਥੇ ਬੈਠੇ।
ਸਾਡੇ ਸਫਾਰਤੀ ਤਾਲੁਕਾਤ ਉਹਨਾਂ ਨਾਲ ਜਾਰੀ ਰਹਿਣਗੇ। ਅਸੀਂ ਉਹਨਾਂ ਕੋਲੋਂ 18 ਅਰਬ ਡਾਲਰ ਦਾ ਕਰਜ਼ਾ ਲਿਆ ਹੈ ਜੀ। ਇਹ ਹੁਣ ਯੂਥੀਆਂ ਦੀ ਦਲੀਲ ਹੈ ਕਿ ਜੀ 18 ਅਰਬ ਡਾਲਰ ਦਾ ਕਰਜ਼ਾ ਲਿਆ, ਲਿਹਾਜ਼ਾ ਉਹਨਾਂ ਨੂੰ ਤੋਹੀਨੇ ਰਸਾਲਤ ਦਾ ਸਰਟੀਫਿਕੇਟ ਜਾਰੀ ਹੋ ਗਿਆ ਹੈ। ਲਿਹਾਜ਼ਾ ਉਹਨਾਂ ਨੂੰ ਇਜਾਜ਼ਤ ਹੈ ਉਹ ਜਿਵੇਂ ਮਰਜ਼ੀ ਕਰਦੇ ਰਹਿਣ, ਅਸੀਂ ਨਹੀਂ ਬੋਲ ਸਕਦੇ। ਯਾਰ ਖੁਦਾ ਦਾ ਖੌਫ ਕਰੋ। ਇਹ ਰਿਆਸਤ ਦੋ ਕੌਮੀ ਨਜ਼ਰੀਏ 'ਤੇ ਤੁਸੀਂ ਬਣਾਈ, ਅਸੀਂ ਤਾਂ ਦੋ ਕੌਮੀ ਨਜ਼ਰੀਆ ਸਗੋਂ ਮੰਨਦੇ ਵੀ ਨਹੀਂ। ਤੁਸੀਂ 20 ਲੱਖ ਬੰਦਾ ਮਾਰਤਾ ਇਸ ਨਜ਼ਰੀਏ ਦੇ ਉੱਤੇ। ਇਹ ਇੱਕ ਧਰਤੀ ਵੰਡ ਦਿੱਤੀ, ਇੱਕ ਧਰਤੀ ਟੋਟੇ ਕਰਤੀ, ਖੂਨ ਦੀਆਂ ਨਹਿਰਾਂ ਵਗਾਤੀਆਂ ਇੱਥੇ ਇਸ ਨਜ਼ਰੀਏ ਦੀ ਖਾਤਰ। ਹੁਣ ਉਸੇ ਨਜ਼ਰੀਏ ਦੀ ਖਾਤਰ ਤੁਸੀਂ ਇੱਕ ਸਫੀਰ ਨਹੀਂ ਕੱਢ ਸਕਦੇ ਨਾਪਸੰਦੀਦਾ ਕਰਾਰ ਦੇ ਕੇ, ਜਿਹੜਾ ਕਿ ਹਰ ਦੂਜੇ ਚੌਥੇ ਦਿਨ ਹਰ ਦੂਜਾ ਤੀਜਾ ਮੁਲਕ ਜਿਹੜਾ ਹੈ ਉਹ ਆਪਣੇ ਮੁਖਾਲਫ ਮੁਲਕ ਦਾ ਸਫੀਰ ਕੱਢ ਦਿੰਦਾ ਹੁੰਦਾ ਹੈ। ਇਹ ਜੈਸਚਰ ਹੁੰਦਾ ਹੈ। ਇਹ ਤਾਂ ਕੋਈ ਐਸਾ ਇੰਤਹਾ ਪਸੰਦ ਕਦਮ ਹੈ ਹੀ ਨਹੀਂ ਜਿਹਦੇ ਤੋਂ ਸਾਡੀ ਖੱਸੀ ਰਿਆਸਤ ਡਰੀ ਬੈਠੀ ਹੈ, ਸਾਡੇ ਖੱਸੀ ਹੁਕਮਰਾਨ ਡਰੇ ਬੈਠੇ ਨੇ। ਇਹ ਤਾਂ ਇੱਕ ਆਮ ਜੀ ਚੀਜ਼ ਹੈ। ਹਾਲੇ ਥੋੜ੍ਹੇ ਦਿਨ ਪਹਿਲੇ ਅਮਰੀਕਾ ਤੋਂ ਰੂਸ ਨੇ ਆਪਣੇ ਸਫੀਰ ਵਾਪਸ ਬੁਲਾਏ ਨੇ। ਇਹ ਤਾਂ ਦੁਨੀਆ ਦੀ ਤਾਰੀਖ 'ਚ ਰੂਟੀਨ ਦੀ ਗੱਲ ਹੈ ਕਿ ਸਫੀਰ ਵਾਪਸ ਬੁਲਾ ਲਏ ਜਾਂਦੇ ਨੇ। ਕਿਸੇ ਮੁਲਕ ਦੀਆਂ ਤੁਹਾਨੂੰ ਉਹ ਪਸੰਦ ਨਾ ਹੋਣ ਅਗਰ ਪਾਲਿਸੀਆਂ, ਅਤੇ ਉਹਨਾਂ ਨੂੰ ਨਾਪਸੰਦੀਦਾ ਕਰਾਰ ਦੇ ਕੇ ਉਹਨਾਂ ਦੇ ਸਫੀਰ ਨੂੰ ਵੀ ਨਾਪਸੰਦੀਦਾ ਕਰਾਰ ਦੇ ਕੇ ਮੁਲਕ ਬਦਲ ਕਰ ਦਿੱਤਾ ਜਾਂਦਾ। ਇਹ ਕੋਈ ਐਸੀ ਵੱਡੀ ਗੱਲ ਨਹੀਂ। ਔਰ ਫਿਰ ਅਗਰ ਇੰਨੀ ਵੱਡੀ ਆਵਾਮ ਜਿੰਦਾ ਤੁਸੀਂ ਕਤਲ ਕਰ ਰਹੇ ਹੋ, ਹੁਣ ਤੱਕ ਅੱਲਾ ਜਾਣਦਾ ਹੈ, ਟੋਟਲ ਮੀਡੀਆ ਬਲੈਕਆਊਟ ਹੋਇਆ ਹੈ, ਟੋਟਲ। ਔਰ ਬਦਕਿਸਮਤੀ ਇਹਨਾਂ ਦੀ, ਬਦਕਿਸਮਤੀ ਵੀ ਉਹਨਾਂ ਦੀ ਔਰ ਕਸੂਰ ਵੀ ਉਹਨਾਂ ਦਾ ਹੈ ਕਿ ਉਹਨਾਂ ਦੀ ਕਿਸੇ ਨਾਲ ਵੀ ਨਹੀਂ ਬਣਦੀ। ਸੱਚੀ ਗੱਲ ਤਾਂ ਇਹ ਵੇ ਕਿ ਮੈਂ ਵੀ 2-4 ਵਾਰੀ ਇਲੈਕਸ਼ਨਾਂ 'ਚ ਉਹਨਾਂ ਵੱਲੇ ਗਿਆ ਅਤੇ ਉਹਨਾਂ 'ਚ ਐਰੋਗੈਂਸ ਹੈ, ਉਹਨਾਂ 'ਚ ਤਕੱਬਰ ਹੈ। ਉਹ ਸਿੱਧੇ ਮੂੰਹ ਗੱਲ ਨਹੀਂ ਕਰਦੇ ਕਿਸੇ ਓਪਰੇ ਬੰਦੇ ਨਾਲ, ਕਿਸੇ ਹੋਰ ਬੰਦੇ ਨਾਲ। ਲੇਕਿਨ ਗੱਲ ਇਹ ਵੇ ਕਿ ਜੇ ਉਹ ਸਿੱਧੇ ਮੂੰਹ ਕਰਨ ਨਾ ਕਰਨ, ਗੱਲ ਤਾਂ ਹੱਕ ਦੀ ਏ। ਉਹਨਾਂ ਦੇ ਇਸ ਰਵੱਈਏ ਦੀ ਵਜ੍ਹਾ ਤੋਂ ਹੱਕ ਦਾ ਇਨਕਾਰ ਤਾਂ ਨਹੀਂ ਹੋ ਸਕਦਾ। ਹੱਕ ਤਾਂ ਇਹੀ ਹੈ ਕਿ ਇਸ ਵਕਤ ਮੁੱਦਾ ਠੀਕ ਹੈ, ਇਹ ਮੁੱਦਾ ਸਾਡਾ ਵੀ ਮੁੱਦਾ ਹੈ, ਉਹਨਾਂ ਦਾ ਵੀ ਮੁੱਦਾ ਹੈ, ਉਹ ਠੀਕ ਨੇ। ਉਹ ਫਿਰ ਇਹਨਾਂ ਮੁਆਹਦਾ ਕੀਤਾ। ਇਹਨਾਂ ਮੁਆਹਦਾ ਕਿਉਂ ਕੀਤਾ? ਸਾਰੇ ਹਕੂਮਤ ਕੋਲ ਇਸ ਗੱਲ ਦਾ ਤਾਂ ਕੋਈ ਜਵਾਬ ਹੀ ਨਹੀਂ ਹੋ ਸਕਦਾ ਕਿ ਇਹਨਾਂ ਮੁਆਹਦਾ ਕੀਤਾ। ਹੁਣ ਰਿਆਸਤ ਮੁਆਹਦੇ ਤੋਂ ਮੁੱਕਰ ਰਹੀ। ਇਹ ਮੁਆਹਦਾ ਮਤਲਬ ਪਾਨਾ ਸਿਗਟਾਂ ਵਾਲੇ ਖੋਖੇ ਨਾਲ ਤਾਂ ਨਹੀਂ ਸੀ ਹੋਇਆ, ਰਿਆਸਤ ਪਾਕਿਸਤਾਨ ਦੇ ਨੁਮਾਇੰਦਿਆਂ ਨਾਲ ਹੋਇਆ ਸੀ। ਉਹ ਮੁਆਹਦੇ ਤੋਂ ਮੁੱਕਰ ਕੇ ਉਲਟਾ ਉਹਨੂੰ ਗ੍ਰਿਫਤਾਰ ਕਰ ਲਿਆ। ਇਹਦੀ ਕੀ ਜਸਟੀਫਿਕੇਸ਼ਨ ਹੋ ਸਕਦੀ ਹੈ? ਇਹ ਏਡੇ ਸਨ ਤੇ ਇਹਨਾਂ ਫਸਟ ਪਲੇਸ 'ਤੇ ਮੁਆਹਦਾ ਕੀਤਾ ਕਿਉਂ? ਜੇ ਕੀਤਾ ਸੀ ਤਾਂ ਉਹਦੇ 'ਤੇ ਅਮਲ ਦਰਾਮਦ ਕਿਉਂ ਨਾ ਕੀਤਾ? ਮਤਲਬ ਟੋਟਲੀ ਤੁਸੀਂ ਫਰਾਡੀਆਂ ਵਾਲਾ ਕੰਮ ਸ਼ੁਰੂ ਕੀਤਾ ਹੋਇਆ ਕਿ ਰਿਆਸਤ ਮੁਆਹਦਾ ਕਰਦੀ ਔਰ ਮੁੱਕਰ ਜਾਂਦੀ ਆਪਣੇ ਸ਼ਹਿਰੀਆਂ ਨਾਲ ਮੁਆਹਦੇ ਕਰਕੇ। ਇਹਨੂੰ ਕਿਸ ਤਰ੍ਹਾਂ ਜਸਟੀਫਾਈ ਕਰ ਸਕਦੇ ਹਾਂ? ਅਤੇ ਗੱਲ ਇਹ ਕਿ ਉਹਨਾਂ ਦਾ ਕੰਡਕਟ ਆਪਣੀ ਥਾਂ 'ਤੇ, ਉਹਨਾਂ ਦਾ ਰਵੱਈਆ ਆਪਣੀ ਥਾਂ 'ਤੇ, ਉਹਨਾਂ ਦਾ ਜ਼ਰਫ ਆਪਣੀ ਥਾਂ 'ਤੇ, ਸਾਡਾ ਰਵੱਈਆ, ਸਾਡਾ ਕੰਡਕਟ, ਸਾਡਾ ਜ਼ਰਫ ਆਪਣੀ ਥਾਂ 'ਤੇ। ਅਸੀਂ ਤਾਂ ਨਹੀਂ ਗਲਤ ਨੂੰ ਇੱਕ ਝੂਠ ਨੂੰ ਸੱਚ ਆਖ ਸਕਦੇ, ਇੱਕ ਗਲਤ ਨੂੰ ਸਹੀ ਆਖ ਸਕਦੇ। ਉਹ ਇਸ ਵਕਤ ਉਹਨਾਂ ਦਾ ਮੁੱਦਾ ਠੀਕ ਹੈ, ਅਸੀਂ ਉਹਨੂੰ ਗਲਤ ਕਿੰਝ ਕਹਿ ਲਈਏ? ਸਿਰਫ ਇਸ ਬੁਨਿਆਦ 'ਤੇ ਕਿ ਉਹ ਸਾਡੇ ਮਸਲਕ ਤੋਂ ਨਹੀਂ ਨੇ, ਸਾਡੇ ਨਜ਼ਰੀਏ ਤੋਂ ਨਹੀਂ ਨੇ, ਅਸੀਂ ਲਿਬਰਲ ਹਾਂ ਜਾਂ ਅਸੀਂ ਕਿਸੇ ਹੋਰ ਮਸਲਕ ਦੇ ਹਾਂ, ਇਸ ਵਾਸਤੇ ਉਹਨਾਂ ਦੀ ਮੁਖਾਲਫਤ ਕਰ ਦਈਏ। ਉਹ ਫਿਰ ਉਹਨਾਂ ਨੂੰ ਜੋੜਿਆ ਜਾ ਰਿਹਾ ਹੈ ਤਾਲਿਬਾਨ ਨਾਲ। ਹੁਣ ਮੈਨੂੰ ਚੇਤੇ ਆਉਂਦੀਆਂ ਨੇ ਉਹ ਗੱਲਾਂ, ਆਹ ਰੀਸੈਂਟ ਪਾਸਟ ਹੈ, ਗਜਨੀ ਕੌਮ ਹੈ ਸਾਡੀ, ਭੁੱਲ ਜਾਂਦੀ। ਕੱਲ੍ਹ ਪਰਸੋਂ ਦੀ ਗੱਲ ਹੈ, ਇਮਰਾਨ ਖਾਨ ਜਿਹੜਾ ਇਹ ਕਹਿੰਦਾ ਸੀ ਪਸ਼ਤੂਨ ਤਾਲਿਬਾਨ ਵਾਸਤੇ ਕਿ ਜੀ ਉੱਥੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਤਸ਼ੱਦਦ ਕਿਸੇ ਮਸਲੇ ਦਾ ਹੱਲ ਨਹੀਂ, ਡਰੋਨ ਹਮਲੇ ਬੰਦ ਕੀਤੇ ਜਾਣ, ਉਹਨਾਂ ਨੂੰ ਆਪਰੇਸ਼ਨ ਕਿਸੇ ਮਸਲੇ ਦਾ ਹੱਲ ਨਹੀਂ, ਨਾਰਥ ਵਜ਼ੀਰਿਸਤਾਨ ਆਪਰੇਸ਼ਨ ਨਾ ਕੀਤਾ ਜਾਏ। ਠੀਕ ਹੈ, ਇਹਨੇ ਬੜਾ ਇਸ ਗੱਲ ਦੇ ਉੱਤੇ ਪਾਕਿਸਤਾਨੀ ਕੌਮ ਨੂੰ ਬੇਵਕੂਫ ਬਣਾਇਆ, ਮੁਤਾਲਿਆ ਪਾਕਿਸਤਾਨੀ ਕੌਮ ਨੂੰ ਬੜਾ ਪਿੱਛੇ ਲਾਇਆ, ਸਾਰੀ ਦੁਨੀਆ ਦੇ ਅੱਗੇ ਇਹ ਜਾ ਕੇ ਕਰਦਾ ਰਿਹਾ। ਹੁਣ ਇਹ ਜਿਹੜਾ ਬੰਦੇ ਮਾਰਦਾ ਪਿਆ, ਹੁਣ ਕੀ ਗੱਲ ਇਹ ਸਿਰਫ ਇਸ ਵਾਸਤੇ ਜਾਇਜ਼ ਹੋ ਗਿਆ ਕਿ ਇੱਥੇ ਪਸ਼ਤੂਨਾਂ ਦੀ ਥਾਂ ਪੰਜਾਬੀ ਨੇ? ਇਹ ਨਸਲ ਪ੍ਰਸਤ ਆਦਮੀ ਇਸ ਗੱਲੋਂ ਇਹਨਾਂ ਨੂੰ ਮਾਰ ਰਿਹਾ ਹੈ ਕਿ ਪੰਜਾਬ ਬੇਸਡ ਇੱਕ ਮਜ਼ਹਬੀ ਤਨਜ਼ੀਮ ਹੈ। ਔਰ ਇਸ ਵਕਤ ਰਾਈਟ ਨਾ ਉਹਨਾਂ ਦਾ ਮੁੱਦਾ ਵੀ ਗਲਤ ਨਹੀਂ। ਦੇਖੋ, ਉਹਨਾਂ ਗਵਰਨਰ ਮਾਰਿਆ ਸੀ ਜਦੋਂ, ਉਦੋਂ ਸਾਡਾ ਮੁੱਦਾ ਸੀ। ਉਹ ਇੱਕ ਪੁਲਿਸ ਦੇ ਅਹਿਲਕਾਰ ਨੇ ਆਪਣੇ
ਹਲਫ ਨਾਲ ਬਦਅਦੀ ਕਰਦਿਆਂ ਹੋਇਆਂ, ਆਪਣੇ ਹਲਫ ਦਾ ਇਨਕਾਰ ਕਰਦਿਆਂ ਹੋਇਆਂ ਇੱਕ ਕਾਨੂੰਨ ਹੱਥ 'ਚ ਲਿਆ ਔਰ ਇੱਕ ਬੰਦਾ ਕਤਲ ਕਰ ਦਿੱਤਾ, ਔਰ ਇਹ ਮੁਜ਼ਾਹਰੇ ਵਾਸਤੇ ਨਿਕਲੇ ਕਿ ਇਹਨੂੰ ਸਜ਼ਾਏ ਮੌਤ ਨਾ ਦਿੱਤੀ ਜਾਏ। ਉਹ ਉਸ ਮੁੱਦੇ ਦੇ ਉੱਤੇ ਉਹ ਗਲਤ ਸਨ। ਰਿਆਸਤ ਕਿਸੇ ਨੂੰ ਇਜਾਜ਼ਤ ਨਹੀਂ ਦੇ ਸਕਦੀ, ਅਗਰ ਰਿਆਸਤ ਦਾ ਵਜੂਦ ਹੈ, ਕਿ ਉਹ ਇੰਡੀਵਿਜੂਅਲ ਆਪਣੇ ਤੌਰ 'ਤੇ ਕਿਸੇ 'ਤੇ ਬਲਾਸਫਮੀ ਦਾ, ਤੋਹੀਨ ਦਾ ਇਲਜ਼ਾਮ ਲਾਏ ਔਰ ਆਪਣੇ ਤੌਰ 'ਤੇ ਅਦਾਲਤ ਲਾਏ ਔਰ ਆਪਣੇ ਤੌਰ 'ਤੇ ਹੀ ਉਹਨੂੰ ਸਜ਼ਾ ਵੀ ਦੇ ਦੇਵੇ, ਆਪਣੇ ਤੌਰ 'ਤੇ ਉਹਨੂੰ ਕਤਲ ਵੀ ਕਰ ਦੇ। ਉਹ ਤਾਂ ਮੁੱਦਾ ਜਸਟੀਫਾਈ ਹੋ ਹੀ ਨਹੀਂ ਸਕਦਾ ਸੀ। ਉਹਦੇ ਉੱਤੇ ਤਾਂ ਰਿਆਸਤ ਜਿੰਨੀ ਮਰਜ਼ੀ ਸਖਤੀ ਕਰਦੀ ਉਹ ਠੀਕ ਸੀ, ਹੱਕ ਬਣਦਾ ਸੀ। ਲੇਕਿਨ ਆਹ ਮੁੱਦਾ ਕੀ ਹੈ? ਇਹ ਤਾਂ ਮੁਤਾਲਬਾ ਸੀ ਸਾਦਾ ਜਿਹਾ ਕਿ ਤੁਸੀਂ ਸਫੀਰ ਮੁਲਕ ਬਦਲ ਕਰ ਦਿਓ। ਹਕੂਮਤ ਨੇ ਮੁਤਾਲਬਾ ਮੰਨਿਆ, ਉਹਨਾਂ ਨਾਲ ਐਗਰੀਮੈਂਟ ਸਾਈਨ ਕੀਤਾ, ਇਹਨਾਂ ਮੁਆਹਦਾ ਕੀਤਾ ਕਿ ਹਾਂ ਜੀ ਇਸ ਤਰੀਕ ਤੱਕ ਅਸੀਂ ਜਿਹੜਾ ਉਹਨੂੰ ਮੁਲਕ 'ਚੋਂ ਕੱਢ ਦਿਆਂਗੇ। ਹੁਣ ਉਹ ਮੁਲਕ 'ਚੋਂ ਨਹੀਂ ਸੀ ਕੱਢਣਾ, ਇਹਨਾਂ ਉਹਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਔਰ ਉਹਨਾਂ ਮੁਜ਼ਾਹਰੇ ਕੀਤੇ ਨੇ, ਇਹਨਾਂ ਅੱਗੋਂ ਟਾਰਚਰ ਕੀਤਾ, ਉਹਨਾਂ ਦੇ ਬੰਦੇ ਮਾਰੇ ਨੇ। ਉਹ ਜ਼ਾਹਿਰ ਮੁਸ਼ਤਲ ਹਜੂਮ 'ਚ ਜਦੋਂ ਤੁਸੀਂ ਕਿਸੇ ਦੇ 40 ਬੰਦੇ, ਕਿਸੇ ਦੇ 25 ਬੰਦੇ ਮਾਰੋਗੇ ਅਤੇ ਅੱਗੋਂ ਵੀ ਕੋਈ ਨਾ ਕੋਈ ਜਵਾਬ, ਕੋਈ ਨਾ ਕੋਈ ਉਹਨਾਂ ਦੇ ਜਿਹੜਾ ਹੱਥ ਲੱਗੇਗਾ ਉਹ ਵੀ ਗੁੱਸਾ ਕੱਢਣਗੇ। ਉੱਥੇ ਕੋਈ ਪੜ੍ਹੇ ਲਿਖੇ, ਕੋਈ PhD ਸਕਾਲਰ ਤਾਂ ਨਹੀਂ ਸੜਕਾਂ 'ਤੇ ਫਿਰਦੇ। ਔਰ ਫਿਰ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਦਾ ਜਾਂ ਕਿ ਮੈਂ ਇਹਨਾਂ ਨੂੰ ਬੜਾ ਕਰੀਬ ਤੋਂ ਦੇਖਿਆ। ਮੇਰੀ ਜ਼ਿੰਦਗੀ ਦੇ ਵਿੱਚ ਸਾਰੇ ਮਕਾਤਬੇ ਫਿਕਰ ਦੇ ਮੇਰੇ ਕਰੀਬੀ ਤਰੀਨ ਦੋਸਤ ਨੇ, ਮੇਰੇ ਅਹਿਲੇ ਹਦੀਸ, ਮੇਰੇ ਭਰਾਵਾਂ ਵਰਗੇ ਦੋਸਤ ਨੇ, ਬਚਪਨ ਦੇ ਦੋਸਤ ਨੇ, ਮੇਰੇ ਦਿਓਬੰਦ ਜਿਹੜੇ ਨੇ ਉਹ ਬਚਪਨ ਦੇ ਲੰਗੋਟੀਏ ਯਾਰ ਨੇ। ਇਹ ਲੋਕ ਜਿਹੜੇ ਨੇ ਇਹ ਮਹੱਲੇ ਸਾਡੇ 'ਚ ਔਰ ਬਚਪਨ ਦੇ ਕਲਾਸ ਫੈਲੋ ਇਹਨਾਂ ਦੇ ਵਿੱਚੋਂ ਨੇ। ਮੈਂ ਜਾਣਦਾ ਇਹ ਖਾਲਿਸਤਨ ਜਿਨ੍ਹਾਂ ਨੂੰ ਕਹਿੰਦੇ ਨੇ ਨਾ ਸਿਟੀਜ਼ਨਸ, ਸ਼ਹਿਰੀ, ਇਹ ਆਮ ਸ਼ਹਿਰੀ ਨੇ, ਲੋਅਰ ਮਿਡਲ ਕਲਾਸ ਹੈ। ਲੋਅਰ ਮਿਡਲ ਕਲਾਸ ਵੀ ਉਹ ਕੋਈ ਚੁੰਗੀ 'ਤੇ ਨੌਕਰੀ ਕਰਦਾ ਹੈ, ਕੋਈ ਤਹਿਸੀਲੇ ਨੌਕਰੀ ਕਰਦਾ ਹੈ, ਕੋਈ ਕਾਰਪੋਰੇਸ਼ਨ ਦੇ ਦਫ਼ਤਰ 'ਤੇ ਨੌਕਰੀ ਕਰਦਾ ਹੈ, ਕੋਈ ਸੇਲਜ਼ਮੈਨ ਹੈ, ਕੋਈ ਆੜਤ ਦੇ ਉੱਤੇ ਬੈਠਾ ਹੈ, ਕੋਈ ਕਿਸੇ ਦੀ ਸੁਨਿਆਰਿਆਂ ਦੀ ਦੁਕਾਨ ਹੈ, ਕਿਸੇ ਦੀ ਕੱਪੜੇ ਦੀ ਦੁਕਾਨ ਹੈ, ਕੋਈ ਕੱਪੜੇ ਦੀ ਦੁਕਾਨ 'ਤੇ ਸੇਲਜ਼ਮੈਨ ਹੈ। ਇਹ ਟੋਟਲ ਪਿਓਰਲੀ ਆਵਾਮ ਹੈ। ਇਹ ਕਤਨ ਉਹ ਤਾਲਿਬਾਨ ਨਹੀਂ ਨੇ ਜਿਨ੍ਹਾਂ ਦੀ ਬਾਕਾਇਦਾ ਮਤਲਬ ਹਾਈਲੀ ਪ੍ਰੋਫੈਸ਼ਨਲ ਟ੍ਰੇਨਡ ਲੋਕਾਂ ਨੇ ਟ੍ਰੇਨਿੰਗ ਕੀਤੀ ਸੀ, ਫੌਜੀ ਤਰਬੀਅਤ ਕੀਤੀ ਸੀ, ਅਸਕਰੀਅਤ ਪਸੰਦੀ ਦੀ ਤਰਬੀਅਤ ਕੀਤੀ ਸੀ, ਔਰ ਜਿਹੜੇ ਕਿ 3-3, 4-4 ਲੋਕ ਪੂਰੇ 100-100, 200 ਦੀ ਨਫਰੀ ਨੂੰ ਕਈ ਘੰਟਿਆਂ ਤੱਕ ਇੰਗੇਜ ਰੱਖ ਕੇ 100 ਬੰਦਾ ਮਾਰ ਕੇ ਅਖੀਰ ਮਰਦੇ ਸਨ। ਕੱਲ੍ਹ ਪਰਸੋਂ ਤੋਂ ਆਪਰੇਸ਼ਨ ਹੁੰਦੇ ਰਹੇ ਨੇ ਤੁਹਾਡੇ ਇੱਥੇ, ਕਦੀ ਮੈਦਾਨ ਆਪਰੇਸ਼ਨ, ਕਦੀ APS, ਕਦੀ ਕਿਹੜਾ 2, 3, 4 ਬੰਦੇ ਹੁੰਦੇ ਸਨ ਔਰ ਤੁਹਾਡੀ ਪੂਰੀ ਫੋਰਸ ਨੂੰ ਉਹ ਇੰਗੇਜ ਰੱਖਦੇ ਸੀ ਕਈ ਘੰਟੇ ਔਰ ਬਾਅਦ ਸੂਰਤਾਂ ਤੋਂ ਕਈ ਦਿਨ। ਔਰ ਅਮਰੀਕਨ ਫੌਜਾਂ ਤੱਕ ਨੂੰ ਉਹਨਾਂ ਕਈ ਦਿਨ ਇੰਗੇਜ ਰੱਖਿਆ ਜਿਹੜੀਆਂ ਮੋਸਟ ਐਡਵਾਂਸ ਟੈਕਨੋਲੋਜੀ ਨਾਲ ਲੇਸ ਨੇ। ਉਹਨਾਂ ਦਾ ਅਤੇ ਇਹਨਾਂ ਦਾ ਕੰਪੈਰੀਜ਼ਨ ਕਾਹਦਾ? ਇਹਨਾਂ ਕੋਲ ਤਾਂ ਚਾਹੀਦਾ ਅਸਲਾ ਕੋਈ ਨਹੀਂ ਹੈਗਾ। ਇਹਨਾਂ ਕੋਲ ਸੱਚੀ ਗੱਲ, ਹੁਣ ਮੈਂ ਕੋਈ ਇਹਨਾਂ ਦੀ ਫੇਵਰ ਕਿਉਂ ਕਰਨੀ, ਲੇਕਿਨ ਜਿਹੜੀ ਹਕੀਕਤ ਹੁਣ ਮੈਂ ਝੂਠ ਕਿਉਂ ਬੋਲਾਂ, ਤੋਹਮਤ ਕਿਉਂ ਲਾਵਾਂ? ਇਹਨਾਂ ਕੋਲ ਤੁਸੀਂ ਵੀ ਆਪਣੇ ਜ਼ਮੀਰ 'ਚ ਮਤਲਬ ਰੱਬ ਨੂੰ ਜਾਣਦੇ ਨਹੀਂ ਹੈ, ਆਪਣੇ ਜ਼ਮੀਰ ਤੋਂ ਪੁੱਛ ਕੇ ਵੇਖੋ, ਤੁਹਾਡੇ ਵੀ ਇਰਦ ਗਿਰਦ ਰਹਿੰਦੇ ਨੇ ਤਾਂ ਬਹੁਤ ਵੱਡੀ ਤਾਦਾਦ ਨੇ। ਇਹਨਾਂ ਕੋਲ ਕਿਸੇ ਕੋਲ ਤੁਹਾਨੂੰ ਕੋਈ ਜਦੀਦ AK-47 ਵਾਲਾ ਬੰਦਾ ਦਿਸਦਾ ਹੋਵੇ ਇਸ ਤਬਕੇ ਦੇ ਵਿੱਚ, ਕੋਈ ਕਲਾਸ਼ਨਕੋਫ ਵਾਲੇ ਦਿਸਦੇ ਹੋਣ, ਕੋਈ ਐਸੇ ਦਿਸਦੇ ਹੋਣ ਜਿਨ੍ਹਾਂ ਜਹਾਦੀ ਤਰਬੀਅਤ ਲਈ ਹੋਵੇ, ਕੋਈ ਈਮਾਨ ਕੁਰਾਨ ਨਾਲ ਦੱਸੋ ਨਾ ਕਿ ਕੋਈ ਐਸਾ ਬੰਦਾ ਇਹਨਾਂ ਦੇ ਵਿੱਚ ਮੌਜੂਦ ਹੈ। ਇਹ ਆਮ ਲੋਕ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੋਈ ਪੜ੍ਹਿਆ ਲਿਖਿਆ ਤਬਕਾ ਨਹੀਂ, ਇਹ ਜ਼ਿਆਦਾਤਰ ਨਾਖਵਾਂਦਾ ਤਬਕਾ ਹੈ, ਜ਼ਿਆਦਾਤਰ ਅਨਪੜ੍ਹ ਤਬਕਾ ਹੈ। ਲੇਕਿਨ ਇਹ ਉਹ ਤਬਕਾ ਨਹੀਂ ਜਿਹੜਾ ਕਿ ਬਾਕਾਇਦਾ ਤਰਬੀਅਤ ਯਾਫਤਾ ਅਸਕਰੀਅਤ ਪਸੰਦ ਔਰ ਦਹਿਸ਼ਤਗਰਦ ਸੀ ਜਾਂ ਹੈ। ਇਹ ਉਹਨਾਂ ਦੇ ਵਿੱਚੋਂ ਬਿਲਕੁਲ ਵੀ ਨਹੀਂ ਨੇ। ਇਹ ਆਮ ਸ਼ਹਿਰੀ ਨੇ ਔਰ ਇਹਨਾਂ ਦੀ ਤੁਸੀਂ ਜੋ ਮਰਜ਼ੀ ਕਹਿ ਲਓ, ਤੁਸੀਂ ਨਜ਼ਰੀਆਤੀ ਤੌਰ 'ਤੇ, ਮਸਲਕੀ ਤੌਰ 'ਤੇ ਇਖਤਲਾਫ ਕਰ ਸਕਦੇ ਹੋ ਉਸ ਓਪੀਨੀਅਨ ਨਾਲ, ਲੇਕਿਨ ਇਹਨਾਂ ਦਾ ਜੋ ਵੀ ਹੈ ਉਹ ਸਾਰਾ ਇਹੀ ਮੁੱਦਾ ਸੀ ਕਿ ਇਹ ਤੋਹੀਨੇ ਰਸਾਲਤ ਜਿਹੜਾ ਹੈ ਇਹਦੇ ਉੱਤੇ ਇਹ ਇੱਕ ਤਸਵੀਰ ਨੂੰ ਬੇਦਖਲ ਕਰ ਦੇਣ। ਦੂਜਾ, ਇਹਨਾਂ ਨੂੰ ਲਿਬਰਲਸ ਨਾਲ ਵੀ ਇਹੀ ਸ਼ਿਕਵਾ ਰਹਿੰਦਾ ਹੈ ਕਿ ਇਹ ਮਜ਼ਹਬੀ ਹਸਤੀਆਂ ਨੂੰ ਕੁਛ ਨਾ ਅਗਰ ਸਾਡੇ ਵੱਲੋਂ, ਇਹ ਮੌਲਾਨਾ ਦੇ ਮੈਂ ਅਲਫਾਜ਼ ਦਾ ਮਫਹੂਮ ਬਿਆਨ ਕਰ ਰਿਹਾ, ਉਹ ਖਾਦਮ ਰਿਜ਼ਵੀ ਸਾਹਿਬ ਦੇ,
ਕਿ ਉਹਨਾਂ ਆਪਣੀ ਇੱਕ ਤਕਰੀਰ 'ਚ ਇੱਕ ਕਲਿੱਪ 'ਚ ਮੈਂ ਸੁਣਿਆ ਵੀ, ਉਹਨੇ ਆਖਿਆ ਕਿ ਜੀ ਸਾਨੂੰ ਕੋਈ ਨਹੀਂ ਲੱਗਦਾ ਇਹ ਜੋ ਮਰਜ਼ੀ ਕਰਦੇ ਫਿਰਨ, ਸਾਨੂੰ ਤਾਂ ਇਹਨਾਂ ਨਾਲ ਤਾਲੁਕ ਕੋਈ ਨਹੀਂ ਹੈ, ਬਸ ਮਜ਼ਹਬ 'ਤੇ ਗੱਲ ਨਾ ਕਰਨ, ਮਜ਼ਹਬ ਨੂੰ ਬਕਵਾਸ ਨਾ ਕਰਨ, ਮਜ਼ਹਬੀ ਹਸਤੀਆਂ ਨਾ। ਔਰ ਮਜ਼ਹਬੀ ਹਸਤੀਆਂ ਦੇ ਵਿੱਚੋਂ ਵੀ ਇੱਕ ਹਸਤੀ ਜਿਹਦੇ ਉੱਤੇ ਪੂਰੀ ਮਜ਼ਹਬ ਦੀ ਬੁਨਿਆਦ ਉਹਦੀ ਗੱਲ ਕਰਦੇ ਰਹੇ ਨੇ। ਹੁਣ ਉਹਨਾਂ ਦਾ ਅੰਦਾਜ਼ ਤੁਹਾਡੇ ਨਜ਼ਦੀਕ ਜਾਹਿਲਾਨਾ ਹੋ ਸਕਦਾ ਹੈ ਜਾਂ ਕੁਛ ਵੀ ਹੋ ਸਕਦਾ ਹੈ, ਲੇਕਿਨ ਉਹ ਮੁਤਾਲਬੇ ਦੀ ਤੁਸੀਂ ਮੁਖਾਲਫਤ ਕਰ ਸਕਦੇ ਹੋ। ਅਗਰ ਤੁਸੀਂ ਨਾਮ ਦੇ ਵੀ ਮੁਸਲਮਾਨ ਹੋ ਤਾਂ ਤੁਹਾਡੇ ਲਈ ਉਹ ਚੀਜ਼ ਦੀ ਮੁਖਾਲਫਤ ਕਰਨੀ ਮੁਸ਼ਕਲ ਹੈ। ਤੁਸੀਂ ਮਤਲਬ ਤੁਸੀਂ ਕਿਸੇ ਨੂੰ ਇਹ ਬਖੁਸ਼ੀ ਇਜਾਜ਼ਤ ਦੇ ਸਕਦੇ ਹੋ ਕਿ ਤੁਹਾਡੇ ਨਬੀ ਦੀ ਉਹ ਤੋਹੀਨ ਕਰੇ, ਔਰ ਅਗਰ ਉਹ ਕਰ ਰਿਹਾ ਹੈ ਤਾਂ ਉਹਦੇ ਨਾਲ ਤੁਹਾਡੇ ਤਾਲੁਕਾਤ ਮੁਸਲਸਲ ਹੋਣ, ਔਰ ਰੋਜ਼ਾਨਾ ਕੋਈ ਨਾ ਕੋਈ ਉੱਥੇ ਕਦੀ ਕਾਰਟੂਨ ਬਣਾ ਕੇ ਪੇਸ਼ ਕਰ ਦੇਣ, ਕਦੀ ਕੁਛ ਕਰ ਦੇਣ, ਔਰ ਤੁਸੀਂ ਜਿਹੜਾ ਉਹਨਾਂ ਨਾਲ ਸਫਾਰਤੀ ਤਾਲੁਕਾਤ ਰੱਖ ਕੇ ਬੈਠੇ ਹੋ, ਔਰ ਮਜਬੂਰੀ ਇਹ ਜ਼ਾਹਿਰ ਕਰੋ ਕਿ ਜੀ ਚੁੱਕੇ ਅਸੀਂ ਕਰਜ਼ਾ ਲਿਆ। ਯਾਰ ਕਰਜ਼ਾ ਲਿਆ ਤਾਂ ਮੁਲਕ ਉਂਝ ਹੀ ਉਹਨਾਂ ਨੂੰ ਦੇ ਦਿਓ, ਸਾਨੂੰ ਵੀ ਉਹਨਾਂ ਦੇ ਹਵਾਲੇ ਕਰ ਦਿਓ, ਕਮ ਸੇ ਕਮ ਬਰਾਹ ਰਾਸਤ ਗੁਲਾਮੀ 'ਚ ਦੇ ਦਿਓ। ਗੁਲਾਮਾਂ ਦੇ ਗੁਲਾਮ ਤਾਂ ਨਾ ਬਣੀਏ ਅਸੀਂ। ਸਾਨੂੰ ਇਹ ਗਿਲਾ ਤਾਂ ਨਾ ਹੋਵੇ ਕਿ ਨਾਮ ਨਿਹਾਦ ਇਸਲਾਮੀ ਜਮਹੂਰੀਆ ਦੇ ਅਸੀਂ ਸ਼ਹਿਰੀ ਹਾਂ। ਸਾਨੂੰ ਸਿੱਧਾ ਸਿੱਧਾ ਪਤਾ ਹੋਵੇ ਕਿ ਠੀਕ ਹੈ ਜੀ ਉਹਨਾਂ ਦਾ ਮਜ਼ਹਬ ਹੀ ਇਹ ਨਹੀਂ ਗਾ, ਉਹ ਜਿਵੇਂ ਮਰਜ਼ੀ ਕਰਨ। ਉਹ ਤੁਸੀਂ ਮੁਸਲਮਾਨ ਹੋ ਕੇ ਫਿਰ ਹਰ ਦੂਜੇ ਦਿਨ ਤੁਸੀਂ ਇਸਲਾਮ ਦਾ ਨਾਮ ਵਰਤਦੇ, ਕਦੀ ਤੁਸੀਂ ਮਦੀਨੇ ਦੀ ਰਿਆਸਤ ਦੇ ਨਾਂ 'ਤੇ ਸਿਆਸਤ ਕਰਦੇ ਹੋ, ਫਿਰ ਤੁਸੀਂ ਹਟ ਕੇ ਕੱਲ੍ਹ ਪਰਸੋਂ ਫਿਰ ਇਹ ਬਿਆਨ ਦਿੱਤਾ ਹੈ ਕਿ ਜੀ ਅਸੀਂ ਤੋਹੀਨ ਬਰਦਾਸ਼ਤ ਨਹੀਂ ਕਰਾਂਗੇ। ਉਹ ਯਾਰ ਤੁਸੀਂ ਤੋਹੀਨ ਨਹੀਂ ਬਰਦਾਸ਼ਤ ਕਰੋਗੇ, ਤੁਹਾਡੇ ਘਰ 'ਚ ਉਹਨਾਂ ਦਾ ਸਫੀਰ ਬੈਠਾ ਹੈ, ਤੁਸੀਂ ਆਪਣੇ ਘਰ ਦੇ ਵਿੱਚ 40-50 ਬੰਦਾ ਕਤਲ ਕਰ ਚੁੱਕੇ ਹੋ ਸਿਰਫ ਇਸੇ ਮੁੱਦੇ ਦੇ ਉੱਤੇ ਕਿ ਉਹ ਸਫੀਰ ਨੂੰ ਕੱਢਣ ਦਾ ਮੁਤਾਲਬਾ ਕਿਉਂ ਕਰ ਰਹੇ ਨੇ ਉਹ ਤੋਹੀਨ ਦੇ ਉੱਤੇ। ਅਤੇ ਤੁਸੀਂ ਕਿੰਜ ਦੇ ਮੁਨਾਫਿਕ ਲੋਕ, ਫਿਰ ਤੁਸੀਂ ਹਟ ਕੇ ਉਸੇ ਪਾਸੇ ਵੀ ਜਾ ਰਹੇ ਹੋ। ਇਹ ਜਿਹੜੇ ਲਿਬਰਲ ਹੁਣ ਮੁਖਾਲਫਤ ਕਰਦੇ ਨੇ ਉਹ ਮੈਨੂੰ ਦੱਸਣ ਕਿ ਇਹ ਹਟ ਕੇ ਜਿਹੜਾ ਇਹ ਬਿਆਨ ਦੇ ਰਿਹਾ ਹੈ ਜਿਹੜੇ PTI ਵਾਲੇ ਨੇ, ਇਹ ਦੱਸਣ ਇਹ ਕਿਸ ਚੱਕਰ 'ਚ ਦੁਬਾਰਾ ਤੋਂ ਦੁਬਾਰਾ ਮਜ਼ਹਬ ਦਾ ਨਾਮ ਫਿਰ ਵਰਤ ਰਿਹਾ। ਜੇ ਇਹਨੇ ਮਜ਼ਹਬ ਦਾ ਨਾਮ ਵਰਤਣਾ ਤਾਂ ਫਿਰ ਉਹ ਵਿਚਾਰੇ ਕੀ ਗਲਤ ਨੇ। ਔਰ ਸਾਰਿਆਂ ਤੋਂ ਵੱਡੀ ਜਿਹੜੀ ਮੇਰੇ ਲਈ ਬਤੌਰ ਇੱਕ ਨੈਸ਼ਨਲਿਸਟ ਦੇ ਕਾਬਲੇ ਇਤਰਾਜ਼ ਚੀਜ਼ ਹੈ ਉਹ ਇਹ ਵੇ ਕਿ ਇਹ ਪੰਜਾਬ ਬੇਸਡ ਹੈ, ਇਹ ਅਨਆਰਮਡ ਨੇ, ਉਹ ਜਿਹੜੇ ਨੇ ਹਾਈਲੀ ਟ੍ਰੇਨਡ ਪ੍ਰੋਫੈਸ਼ਨਲ ਕਿਸਮ ਦੇ ਅਸਕਰੀਅਤ ਪਸੰਦ ਨੇ, ਲੇਕਿਨ ਉਹ ਚੂੰਕਿ ਪਸ਼ਤੂਨ ਨੇ, ਇਹਦੀ ਨਸਲ ਦੇ ਵਿੱਚੋਂ ਨੇ, ਇਸ ਵਾਸਤੇ ਇਹਨੂੰ ਉੱਥੇ ਤਾਂ ਦਿਸਦਾ ਹੈ ਕਿ ਅਮਨ ਦਾ ਰਸਤਾ ਸਿਰਫ ਇਹੀ ਹੈ ਕਿ ਪੁਰਅਮਨ ਮੁਜ਼ਾਕਰਾਤ ਕੀਤੇ ਜਾਣ, ਇੱਥੇ ਪੁਲਿਸ ਦੇ ਹੱਥੋਂ ਬੰਦੇ ਬੇਦਰੇਗ ਮਰਵਾਈ ਜਾਏ। ਸੋ ਇਹ ਇੱਕ ਜਿਹੜਾ ਡਾਇਲੇਮਾ ਸਾਡੀ ਸੁਸਾਇਟੀ ਦਾ, ਮੁਆਸ਼ਰੇ ਦਾ, ਔਰ ਇੱਥੇ ਕੋਈ ਲਿਬਰਲ ਹੈ, ਕੋਈ ਸ਼ੀਆ ਹੈ, ਕੋਈ ਅਹਿਲੇ ਹਦੀਸ ਹੈ, ਕੋਈ ਦਿਓਬੰਦ ਹੈ, ਉਹ ਸਾਰੇ ਦੇ ਸਾਰੇ ਵਿੱਚੋਂ ਅਕਸਰੀਅਤ ਜਿਹੜੀ ਹੈ ਉਹ ਬਜਾਏ ਇਨਸਾਫ ਨਾਲ ਗੱਲ ਕਰਨ ਦੇ ਇਸ ਵਕਤ ਉਹ ਸਿਰਫ ਉਹਨੂੰ ਫਿਰਕੇ ਦੀ ਅੱਖ ਨਾਲ ਵੇਖ ਰਹੀ ਹੈ। ਲਿਬਰਲ ਜਿਹੜਾ ਉਹਨੂੰ ਨਜ਼ਰੀਏ ਦੀ ਅੱਖ ਨਾਲ ਵੇਖ ਰਿਹਾ, ਉਹ ਕੋਈ ਵੀ ਮੈਰਿਟ ਦੇ ਉੱਤੇ ਇਸ ਚੀਜ਼ ਨੂੰ ਨਹੀਂ ਦੇਖ ਰਿਹਾ ਕਿ ਮੈਰਿਟ ਕੀ ਬਣਦਾ ਹੈ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਾਸ਼ਿਫ ਸਾਹਿਬ। ਇਹ ਗਲਤ ਲੋਕਾਂ ਦੇ ਹੱਥ ਚੜ੍ਹ ਗਿਆ ਜਾਂ ਦਰੁਸਤ ਲੋਕਾਂ ਦੇ ਹੱਥ ਚੜ੍ਹ ਗਿਆ। ਗਲਤੀ ਤਾਂ ਉਹਨਾਂ ਦੀ ਜਿਨ੍ਹਾਂ 'ਚ ਹੱਥ ਚੜ੍ਹਨ ਦਿੱਤਾ ਹੈ। ਅਗਰ ਰਿਆਸਤ ਨੇ ਇਹਦੇ 'ਤੇ ਕੋਈ ਆਪਣਾ ਕਿਰਦਾਰ ਅਦਾ ਕੀਤਾ ਹੁੰਦਾ ਔਰ ਮੁਸਬਤ ਕਿਰਦਾਰ ਅਦਾ ਕੀਤਾ ਹੁੰਦਾ ਤਾਂ ਨਾ ਉਹਨਾਂ ਦੇ ਹੱਥ ਚੜ੍ਹਦਾ। ਬਾਕੀ ਜਿਹੜੇ ਮਸਾਲਕ ਚੁੱਪ ਬੈਠੇ ਤਮਾਸ਼ਾ ਵੇਖਦੇ ਪਏ ਨੇ ਉਹ ਦੱਸਣ ਉਹਨਾਂ ਨੇ ਕਿੰਨਾ ਕੁ ਇਸ ਮੁੱਦੇ ਦੇ ਉੱਤੇ ਆਪਣੇ ਤੌਰ 'ਤੇ ਆਵਾਜ਼ ਚੁੱਕੀ। ਦੇਖੋ ਨਾ, ਨਬੀ ਜਿਹੜਾ ਹੈ ਉਹ ਅੱਲਾ ਪਾਕ ਦੇ ਕੋਈ ਜਿਹੜੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ, ਉਹ ਸਿਰਫ ਉਹਨਾਂ ਦੇ ਰਸੂਲ, ਉਹਨਾਂ ਦੇ ਪੈਗੰਬਰ, ਉਹਨਾਂ ਦੇ ਨਬੀ ਥੋੜ੍ਹੇ ਨੇ। ਉਹ ਤਾਂ ਅਹਿਲੇ ਹਦੀਸਾਂ ਦੇ ਵੀ ਨਬੀ ਨੇ, ਉਹ ਤਾਂ ਦਿਓਬੰਦਾਂ ਦੇ ਵੀ ਨਬੀ ਨੇ, ਉਹ ਤਾਂ ਅਹਿਲੇ ਤਸ਼ੀਹ ਦੇ ਵੀ ਨਬੀ ਨੇ, ਉਹ ਸਾਰਿਆਂ ਦੇ ਨਬੀ ਨੇ। ਅਤੇ ਇਹ ਬਾਕੀ ਤਿੰਨ ਜਿਹੜੇ ਨੇ ਆਪਣੇ ਆਪਣੇ ਤੌਰ ਦੇਖਣ ਨੂੰ, ਤਾਹਿਰ ਅਲ ਕਾਦਰੀ ਹਰੀ ਕਿੱਥੇ ਨੇ? ਉਹ ਤਾਂ ਇਹਨਾਂ ਦੇ ਵਿੱਚੋਂ ਨੇ, ਉਹਨਾਂ ਦਾ ਤਾਂ ਮਕਤਬੇ ਫਿਕਰ ਵੀ ਇੱਕੋ ਹੀ ਹੈ। ਉਹ ਕਿੱਥੇ ਛੁਪੇ ਹੁਣ? ਉਹ ਜਿਹੜਾ ਐਡਾ ਮੁਜਾਹਿਦ ਸੀ ਇਸਲਾਮ ਦਾ, ਐਡਾ ਵੱਡਾ ਸਕਾਲਰ, ਔਰ ਉਹ ਆਮਿਰ ਲਿਆਕਤ ਹੁਸੈਨ, ਉਹ ਮੁਨਾਫਿਕ ਆਜ਼ਮ, ਉਹ ਵੀ ਇਸੇ ਮਸਲਕ ਦਾ, ਉਹ ਹਕੂਮਤ ਦਾ ਹਿੱਸਾ ਹੈ ਇਸ ਵੇਲੇ। ਸ਼ਾਹ ਮਹਿਮੂਦ ਕੁਰੈਸ਼ੀ ਇਹਨਾਂ ਦੇ ਮਸਲਕ ਦਾ, ਉਹ ਹਕੂਮਤ ਦਾ ਹਿੱਸਾ ਹੈ। ਇਹ ਕਿੱਥੇ ਚੁੱਪ ਨੇ? ਇਹ ਤਾਂ ਇਹਨਾਂ ਦੇ ਆਸ਼ਕਾਨ ਦੇ ਵਿੱਚੋਂ ਨੇ ਨਾ। ਬਾਕੀ ਚਲੋ ਆਸ਼ਕਾਨ ਦਾ ਦਾਵਾ ਨਹੀਂ ਕਰਦੇ, ਲੇਕਿਨ ਉਹ ਵੀ ਮਤਲਬ ਇਸ
ਗੱਲ ਤੋਂ ਫਰਾਰ ਤਾਂ ਹਾਸਲ ਕੋਈ ਵੀ ਨਹੀਂ ਕਰ ਸਕਦਾ। ਜਿਹੜਾ ਮਰਜ਼ੀ ਉਹਦਾ ਮਕਤਬੇ ਫਿਕਰ ਹੋਵੇ, ਜਿਹੜਾ ਮਰਜ਼ੀ ਉਹਦਾ ਫਿਰਕਾ ਹੋਵੇ, ਨਬੀ ਦੀ ਜ਼ਾਤ ਤੋਂ ਭੱਜਣ ਤੋਂ ਬਾਅਦ ਪਿੱਛੇ ਦੀਨ ਰਹਿ ਕਿਹੜਾ ਜਾਂਦਾ ਹੈ? ਦੀਨ ਤਾਂ ਖਤਮ ਹੋ ਜਾਂਦਾ ਨਬੀ ਦੀ ਜ਼ਾਤ ਦੇ ਤਸੱਵਰ ਦੇ ਬਿਨਾਂ, ਤੇ ਉਹ ਉਥੋਂ ਨੱਸ ਕੌਣ ਸਕਦਾ ਹੈ? ਲੇਕਿਨ ਇਹ ਜਿਹੜੇ ਇਹਨਾਂ ਦੇ ਹੀ ਮਕਤਬੇ ਫਿਕਰ ਦੇ ਨੇ, ਇਹ ਕਿਉਂ ਚੁੱਪ ਨੇ? ਇਹ ਕਿੰਨੀ ਵੱਡੀ ਸ਼ਰਮ ਵਾਲੀ ਗੱਲ ਏ। ਔਰ ਕਿੰਨੀ ਮਤਲਬ ਸ਼ਰਮ ਵਾਲੀ ਗੱਲ ਤਾਂ ਸਾਰਿਆਂ ਲਈ ਏ। ਮੈਂ ਤਾਂ ਸੱਚੀ ਗੱਲ ਕਰਾਂਗਾ, ਰੱਬ ਨੂੰ ਜਾਣ ਦੇਣੀ, ਕਿਸੇ ਬੰਦੇ ਨੂੰ ਜਾਣ ਨਹੀਂ ਦੇਣੀ, ਕਿਸੇ ਬੰਦੇ ਨੂੰ ਖੁਸ਼ ਕਰਨ ਦੀ ਗੱਲ ਨਹੀਂ ਕਰਨੀ, ਕਿਸੇ ਬੰਦੇ ਨੂੰ ਦੁਖੀ ਕਰਨ ਵਾਸਤੇ ਵੀ ਨਹੀਂ ਗੱਲ ਕਰਨੀ। ਗੱਲ ਉਹ ਕਰਨੀ ਜਿਹੜੀ ਹੱਕ ਏ। ਹੱਕ ਸੱਚ ਗੱਲ ਇਹ ਵੇ ਕਿ ਸਾਡੇ ਅਹਿਲੇ ਤਸ਼ੀਹ ਨੇ ਜਿਹੜੇ, ਇਹ ਸਾਰਾ ਸਾਲ ਅਹਿਲੇ ਬੈਤ ਕਰਦੇ ਰਹਿੰਦੇ ਨੇ। ਅਹਿਲੇ ਬੈਤ ਦਾ ਤਾਰਫ ਕੌਣ ਹੈ? ਰਸੂਲ ਪਾਕ। ਇਮਾਮ ਹੁਸੈਨ ਨੇ ਸ਼ਹਾਦਤ ਕਿਹਦੇ ਲਈ ਦਿੱਤੀ? ਆਪਣੇ ਨਾਨੇ ਦੇ ਦੀਨ ਵਾਸਤੇ। ਨਾਨਾ ਕੌਣ ਸੀ? ਅੱਲਾ ਦਾ ਨਬੀ। ਸਹਾਬਾ ਵਾਸਤੇ ਜਾਨ ਦੇਣ ਨੂੰ ਤਿਆਰ ਨੇ। ਸਹਾਬਾ ਦਾ ਤਾਰਫ ਕੌਣ ਸੀ? ਸਹਾਬਾ ਕਿਹਦੇ ਸਹਾਬਾ ਸਨ? ਨਬੀ ਆਖਰ ਜ਼ਮਾਨ ਦੇ ਸਹਾਬਾ ਸਨ। ਹਦੀਸ ਦਾ ਤਾਰਫ, ਹਦੀਸ ਦਾ ਮੁਜਬ ਵਜ੍ਹੇ ਬੁਨਿਆਦ ਕੌਣ ਹੈ? ਨਬੀ ਆਖਰ ਜ਼ਮਾਨ। ਮਤਲਬ ਕਿਵੇਂ ਤੁਸੀਂ ਨੱਸ ਸਕਦੇ ਹੋ? ਇਹ ਬੜੀ ਬੁਨਿਆਦੀ ਗੱਲ ਹੈ, ਇਹਦੇ ਤੋਂ ਫਰਾਰ ਮੁਮਕਿਨ ਨਹੀਂ ਹੈ। ਸੋ ਮੈਂ ਤਾਂ ਇਹੀ ਕਹਾਂਗਾ ਕਿ ਜੇ ਗੱਲ ਲੰਮੀ ਹੋ ਗਈ ਬਹੁਤ, ਔਰ ਮੇਰੇ ਖਿਆਲ ਜਿੰਨੀਆਂ ਮੈਂ ਗੱਲਾਂ ਕਰਨੀਆਂ ਸੀ ਕਰ ਲਈਆਂ। ਅੱਜ ਜੋ ਵੀ ਇਹਨਾਂ ਕਤਲ ਕੀਤਾ ਇਮਰਾਨ ਖਾਨ ਨੇ, ਬਹਰਹਾਲ ਇਹੀ ਮੈਂ ਆਖਰ 'ਚ ਕਹਾਂਗਾ, ਇਹ ਇਹਦੀ ਕੀਮਤ ਜ਼ਰੂਰ ਅਦਾ ਕਰੇਗਾ। ਇਹ ਆਮ ਸ਼ਹਿਰੀ ਸਨ, ਇਹ ਡੰਡਾ ਬਰਦਾਰ ਜ਼ਰੂਰ ਸਨ। ਇਹਨਾਂ ਕੋਲ ਕਲਾਸ਼ਨਕੋਫਾਂ ਨਹੀਂ ਸਨ, ਇਹਨਾਂ ਕੋਲ AK-47 ਨਹੀਂ ਸੀ, ਇਹਨਾਂ ਕੋਲ ਰਾਕਟ ਲਾਂਚਰ ਨਹੀਂ ਸੀ। ਉਹ ਪਾਕਿਸਤਾਨੀਓ, ਉਹ ਕੁ ਬਦਾਮ ਖਾ ਲਓ। 4-5 ਸਾਲ 7 ਸਾਲ ਪੁਰਾਣੀਆਂ ਗੱਲਾਂ ਨੇ, ਜਦੋਂ ਇੱਥੇ ਰਾਕਟ ਲਾਂਚਰ ਵੀ ਚੱਲਦੇ ਸੀ, ਖੁਦਕੁਸ਼ ਧਮਾਕੇ ਵੀ ਹੁੰਦੇ ਸੀ, ਗਰਨੇਡ ਵੀ ਸਿੱਟਦੇ ਸੀ ਉਹ ਆ ਕੇ। ਠੀਕ ਹੈ, ਉਹਨਾਂ ਕੋਲ AK-47 ਤੇ ਦੁਨੀਆ ਦਾ ਜਦੀਦ ਤਰੀਨ ਅਸਲਾ ਹੁੰਦਾ ਸੀ, ਔਰ ਉਸ ਹਾਈਲੀ ਟ੍ਰੇਨਡ ਲੋਕ ਹੁੰਦੇ ਸਨ। ਇਹ ਉਹ ਨਹੀਂ ਨੇ। ਇਹਨਾਂ ਕੋਲ ਨਾ ਉਹ ਅਸਲਾ ਹੈ, ਨਾ ਇਹਨਾਂ ਕੋਲ ਉਹ ਤਰਬੀਅਤ ਹੈ। ਜੇ ਇਹਨਾਂ ਕੋਲ ਉਹ ਅਸਲਾ, ਉਹ ਤਰਬੀਅਤ ਹੁੰਦੀ ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਵੀਆਂ ਦਾ 100 ਹੁੰਦਾ। ਅੱਲਾ ਮਾਫ ਕਰੇ, ਅੱਲਾ ਉਸ ਵਕਤ ਤੋਂ ਬਚਾਏ ਸਾਨੂੰ। ਤੁਸੀਂ ਜਾਣ ਬੁੱਝ ਕੇ ਇਹਨਾਂ ਲੋਕਾਂ ਨੂੰ ਉਸ ਪਾਸੇ ਧੱਕ ਰਹੇ ਹੋ ਕਿ ਜਿੱਥੇ ਇਹ ਜਾ ਕੇ ਉਸੇ ਤਰ੍ਹਾਂ ਹੀ ਅਸਕਰੀਅਤ ਬਣਨ, ਤਰਬੀਅਤ ਲੈਣ, ਗੈਰ ਮੁਲਕਾਂ ਕੋਲੋਂ ਦੁਸ਼ਮਣ ਦੇ ਹੱਥਾਂ 'ਚ ਜਾ ਕੇ ਖੇਡਣ। ਖੁਦਾ ਦਾ ਖੌਫ ਕਰੋ, ਤੁਸੀਂ ਆਪਣਾ ਘਰ ਸਾੜ ਰਹੇ ਹੋ। ਰੱਬ ਰੱਖਾ।